ਪਾਠ 19 ਛੁਕ ਛੁਕ ਰੇਲ। ਅੱਜ ਸਕੂਲ ਵਿੱਚ ਸਾਰੇ ਬੱਚੇ ਬਹੁਤ ਖੁਸ਼ ਸਨ। ਸਵੇਰ ਦੀ ਸਭਾ ਵਿੱਚ ਮੁੱਖ ਅਧਿਆਪਕ ਜੀ ਨੇ ਦੱਸਿਆ ਕਿ ਸਕੂਲ ਨੇ ਗ੍ਰੀਨ ਸਕੂਲ ਪ੍ਰੋਗਰਾਮ ਮੁਕਾਬਲੇ ਵਿੱਚ ਭਾਗ ਲਿਆ ਸੀ ਅਤੇ ਚੰਗੀ ਕਾਰਗੁਜ਼ਾਰੀ ਹੋਣ ਕਰਕੇ ਸਕੂਲ ਨੂੰ ਸਨਮਾਨਿਤ ਕੀਤਾ ਜਾਣਾ ਹੈ। ਇਹ ਸਨਮਾਨ ਪ੍ਰਾਪਤ ਕਰਨ ਲਈ ਈਕੋ ਕਲੱਬ ਦੇ 2 ਮੈਂਬਰ ਵਿਦਿਆਰਥੀ ਅਤੇ 1 ਅਧਿਆਪਕ ਦਿੱਲੀ ਜਾਣਗੇ। ਇਹ ਸੁਣਦਿਆਂ ਹੀ ਸਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਬੱਚਿਓ, ਸਕੂਲਾਂ ਵਿੱਚ ਈਕੋ ਕਲੱਬ ਬੱਚਿਆਂ ਨੂੰ ਵਾਤਾਵਰਣ ਦੇ ਨਾਲ ਜੋੜਨ ਲਈ ਬਣਾਏ ਗਏ ਹਨ। ਸਰਕਾਰ ਵੱਲੋਂ ਬੱਚਿਆਂ ਵਿੱਚ ਉਹਨਾਂ ਦੇ ਆਲੇ ਦੁਆਲੇ ਅਤੇ ਸਕੂਲ ਦੀ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿੱਚ ਸਵੱਛਤਾ ਕਲੱਬ ਸਥਾਪਿਤ ਕੀਤੇ ਗਏ ਹਨ, ਜਿਸ ਤਹਿਤ ਬੱਚਿਆਂ ਨੂੰ ਵਾਤਾਵਰਣ ਨਾਲ ਜੋੜਨ ਲਈ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਬੱਚਿਓ, ਪਹਿਲੀ ਕਿਰਿਆ ਹੈ ਆਪਣੇ ਸਕੂਲ ਦੇ ਸਵੱਛਤਾ ਕਲੱਬ ਜਾਂ ਈਕੋ ਕਲੱਬ ਦੇ ਮੈਂਬਰਾਂ ਦੀ ਸੂਚੀ ਤਿਆਰ ਕਰੋ। ਬੱਚਿਓ, ਇਸ ਸਾਰਣੀ ਦੇ ਵਿੱਚ ਤੁਸੀਂ ਆਪਣੇ ਸਕੂਲ ਦੇ ਈਕੋ ਕਲੱਬ ਦੇ ਮੈਂਬਰਸ ਦੇ ਨਾਮ ਅਤੇ ਉਹਨਾਂ ਦੀ ਜਮਾਤ ਲਿਖਣੀ ਹੈ। ਬੱਚਿਓ, ਤੁਸੀਂ ਸਾਰੇ ਬੱਸ ਅੱਡੇ ਜ਼ਰੂਰ ਗਏ ਹੋਵੋਗੇ। ਤੁਹਾਨੂੰ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਵਿੱਚ ਕੀ ਫਰਕ ਲੱਗ ਰਿਹਾ ਹੈ? ਰੇਲਵੇ ਸਟੇਸ਼ਨ ਦੀਆਂ ਉਹਨਾਂ ਚੀਜ਼ਾਂ ਦੀ ਲਿਸਟ ਤਿਆਰ ਕਰੋ ਜੋ ਬੱਸ ਅੱਡੇ ਨਾਲੋਂ ਭਿੰਨ ਹਨ। ਇੱਥੇ ਬੱਚਿਓ, ਬੱਸ ਅੱਡੇ ਤੇ ਮੌਜੂਦ ਚੀਜ਼ਾਂ ਤੇ ਰੇਲਵੇ ਸਟੇਸ਼ਨ ਤੇ ਮੌਜੂਦ ਚੀਜ਼ਾਂ ਦੇ ਨਾਮ ਤੁਸੀਂ ਇਸ ਤਰ੍ਹਾਂ ਲਿਖਣੇ ਹਨ। ਅਗਲੇ ਦਿਨ ਅਧਿਆਪਕ ਅਤੇ ਵਿਦਿਆਰਥੀ ਦਿੱਲੀ ਜਾਣ ਲਈ ਰੇਲਵੇ ਸਟੇਸ਼ਨ ਤੇ ਪਹੁੰਚ ਗਏ। ਅਧਿਆਪਕ ਨੇ ਰਿਜ਼ਰਵੇਸ਼ਨ ਚਾਰਟ ਵਿੱਚ ਤਿੰਨਾਂ ਦੇ ਨਾਂ ਦੇਖੇ। ਸਟੇਸ਼ਨ ਉੱਪਰ ਰੇਲ ਗੱਡੀ ਦੇਖ ਕੇ ਦੀਪਕ ਨੇ ਕਿਹਾ, "ਸਰ, ਆਓ ਚੱਲੀਏ, ਗੱਡੀ ਕਿਤੇ ਚਲੀ ਹੀ ਨਾ ਜਾਵੇ।" ਅਧਿਆਪਕ ਬੋਲੇ, "ਨਹੀਂ ਬੇਟਾ, ਜਿਵੇਂ ਆਪਣੇ ਸਕੂਲ ਦਾ ਟਾਈਮ ਟੇਬਲ ਹੈ, ਉਸੇ ਤਰ੍ਹਾਂ ਰੇਲਵੇ ਦਾ ਵੀ ਆਪਣਾ ਟਾਈਮ ਟੇਬਲ ਹੈ, ਜਿਸ ਅਨੁਸਾਰ ਰੇਲ ਗੱਡੀਆਂ ਦੇ ਟਾਈਮ ਨਿਸ਼ਚਿਤ ਹਨ। ਉਹ ਦੇਖੋ ਟਾਈਮ ਟੇਬਲ। ਜਿਸ ਰੇਲ ਗੱਡੀ ਵਿੱਚ ਅਸੀਂ ਜਾਣਾ ਹੈ, ਉਹ ਅੱਧੇ ਘੰਟੇ ਤੱਕ ਇੱਥੇ ਪਹੁੰਚੇਗੀ।" ਬੱਚਿਓ, ਤਸਵੀਰ ਵਿੱਚ ਦੇਖੋ, ਇਹ ਇੱਕ ਟਾਈਮ ਟੇਬਲ ਹੈ। ਇੱਥੇ ਟ੍ਰੇਨ ਦਾ ਨੰਬਰ, ਟ੍ਰੇਨ ਦਾ ਨਾਮ ਅਤੇ ਉਸ ਦਾ ਟਾਈਮ ਲਿਖਿਆ ਹੋਇਆ ਹੈ। ਪਲੇਟਫਾਰਮ ਤੇ ਕਾਫੀ ਭੀੜ ਹੋ ਗਈ ਸੀ। ਕੁਝ ਸਮੇਂ ਵਿੱਚ ਹੀ ਰੇਲ ਗੱਡੀ ਦੇ ਆਉਣ ਦਾ ਰੌਲਾ ਪੈ ਗਿਆ। ਸਾਰਿਆਂ ਨੇ ਆਪੋ ਆਪਣਾ ਸਮਾਨ ਚੁੱਕ ਲਿਆ। ਰੇਲ ਗੱਡੀ ਰੁਕੀ ਤਾਂ ਉਹ ਤਿੰਨੇ ਭੀੜ ਵਿੱਚੋਂ ਹੁੰਦੇ ਹੋਏ ਅੰਦਰ ਚਲੇ ਗਏ। ਅਧਿਆਪਕ ਨੇ ਜੇਬ ਵਿੱਚੋਂ ਟਿਕਟ ਕੱਢ ਕੇ ਸੀਟਾਂ ਦੇ ਨੰਬਰ ਚੈੱਕ ਕੀਤੇ। ਪ੍ਰਿਤਪਾਲ ਨੂੰ ਸਭ ਤੋਂ ਉੱਪਰਲੀ, ਦੀਪਕ ਨੂੰ ਵਿਚਕਾਰਲੀ ਅਤੇ ਅਧਿਆਪਕ ਨੂੰ ਸਭ ਤੋਂ ਹੇਠਲੀ ਸੀਟ ਮਿਲੀ ਸੀ। ਉਹਨਾਂ ਨੇ ਆਪਣੇ ਬੈਗ ਸੀਟ ਦੇ ਥੱਲੇ ਰੱਖ ਦਿੱਤੇ। ਦੀਪਕ ਹੈਰਾਨ ਹੋ ਰਿਹਾ ਸੀ ਕਿ ਇੱਕੋ ਟਿਕਟ ਨਾਲ ਉਹ ਸਾਰੇ ਕਿਵੇਂ ਜਾਣਗੇ। ਅਧਿਆਪਕ ਨੇ ਮੁਸਕਰਾਉਂਦੇ ਹੋਏ ਟਿਕਟ ਦਿਖਾ ਕੇ ਉਸ ਦੀ ਚਿੰਤਾ ਦੂਰ ਕਰ ਦਿੱਤੀ। ਰੇਲਵੇ ਟਿਕਟ ਦੇ ਉੱਪਰ ਉਮਰ, ਕਿਰਾਇਆ, ਸਫ਼ਰ ਕਰਨ ਦੀ ਮਿਤੀ, ਟਿਕਟ ਕਿੰਨੇ ਲੋਕਾਂ ਲਈ ਹੈ ਅਤੇ ਸੀਟ ਨੰਬਰ ਲਿਖਿਆ ਹੁੰਦਾ ਹੈ। ਜਿੱਥੇ ਪਹਿਲਾਂ ਸਿਰਫ ਭਾਰਤੀ ਰੇਲਵੇ ਵੱਲੋਂ ਸਥਾਪਿਤ ਕੀਤੇ ਗਏ ਰਿਜ਼ਰਵੇਸ਼ਨ ਕਾਊਂਟਰਾਂ ਉੱਪਰ ਹੀ ਟਿਕਟਾਂ ਦੀ ਬੁਕਿੰਗ ਕਰਵਾਈ ਜਾ ਸਕਦੀ ਸੀ, ਪਰ ਹੁਣ ਸੂਚਨਾ ਤਕਨੀਕ ਦੇ ਇਸ ਯੁੱਗ ਵਿੱਚ ਟਿਕਟਾਂ ਦੀ ਬੁਕਿੰਗ ਘਰ ਬੈਠੇ ਆਨਲਾਈਨ ਕੀਤੀ ਜਾ ਸਕਦੀ ਹੈ। ਟਿਕਟ ਕਿਰਾਏ ਦਾ ਭੁਗਤਾਨ ਵੀ ਈ-ਪੇਮੈਂਟ ਰਾਹੀਂ ਕੀਤਾ ਜਾ ਸਕਦਾ ਹੈ। ਬੱਚਿਓ, ਈ-ਪੇਮੈਂਟ ਮਤਲਬ ਫੋਨ ਰਾਹੀਂ ਜਾਂ ਕਾਰਡ ਦੇ ਰਾਹੀਂ ਜਿਹੜੀ ਅਸੀਂ ਪੇਮੈਂਟ ਕਰਦੇ ਹਾਂ, ਉਸਨੂੰ ਈ-ਪੇਮੈਂਟ ਕਹਿੰਦੇ ਹਾਂ। ਉਹ ਦੋਵੇਂ ਰੇਲ ਗੱਡੀ ਵਿੱਚ ਖਿੜਕੀ ਕੋਲ ਬੈਠੇ ਸਨ। ਰੇਲ ਗੱਡੀ ਚੱਲ ਪਈ ਸੀ। ਅਚਾਨਕ ਪ੍ਰਿਤਪਾਲ ਨੂੰ ਆਪਣੇ ਅਧਿਆਪਕ ਦੀ ਡਾਇਰੀ ਲਿਖਣ ਵਾਲੀ ਗੱਲ ਯਾਦ ਆ ਗਈ। ਉਸ ਨੇ ਆਪਣੀ ਡਾਇਰੀ ਕੱਢੀ ਅਤੇ ਲਿਖਣ ਲੱਗਾ, "ਬਿਜਲੀ ਦੇ ਖੰਭੇ, ਦਰਖਤ ਅਤੇ ਇਮਾਰਤਾਂ ਪਿੱਛੇ ਵੱਲ ਨੂੰ ਜਾਂਦੇ ਨਜ਼ਰ ਆਉਂਦੇ। ਬਿਜਲੀ ਦੇ ਖੰਭੇ, ਦਰਖਤ ਅਤੇ ਇਮਾਰਤਾਂ ਪਿੱਛੇ ਵੱਲ ਨੂੰ ਜਾਂਦੇ ਨਜ਼ਰ ਆਉਂਦੇ ਹਨ। ਇਹਨਾਂ ਨੂੰ ਪਿੱਛੇ ਵੱਲ ਜਾਂਦਿਆਂ ਲਗਾਤਾਰ ਦੇਖਣਾ ਔਖਾ ਹੈ।" ਦੀਪਕ ਬਾਹਰ ਦੂਰ ਦੂਰ ਤੱਕ ਨਜ਼ਰ ਆਉਂਦੀਆਂ ਫਸਲਾਂ ਅਤੇ ਦਰਖਤਾਂ ਨੂੰ ਬੜੀ ਰੀਝ ਨਾਲ ਦੇਖ ਰਿਹਾ ਸੀ। ਇਹ ਉਸਨੂੰ ਬਹੁਤ ਚੰਗਾ ਲੱਗ ਰਿਹਾ ਸੀ। ਸੱਚ ਹੀ ਹੈ, ਹਰਿਆਲੀ ਸਭ ਨੂੰ ਚੰਗੀ ਲੱਗਦੀ ਹੈ। ਇਸ ਤੋਂ ਬਿਨਾਂ ਧਰਤੀ ਬਾਰੇ ਸੋਚ ਕੇ ਵੀ ਡਰ ਲੱਗਦਾ ਹੈ। ਸੋਚੋ, ਜੇਕਰ ਇਸ ਧਰਤੀ ਉੱਪਰ ਰੁੱਖ ਨਾ ਹੋਣ ਤਾਂ ਇਹ ਕਿਸ ਤਰ੍ਹਾਂ ਦੀ ਨਜ਼ਰ ਆਵੇਗੀ। ਬੱਚਿਓ, ਰੁੱਖਾਂ ਤੋਂ ਬਿਨਾਂ ਧਰਤੀ ਬਿਲਕੁਲ ਬੰਜਰ ਨਜ਼ਰ ਆਵੇਗੀ ਤੇ ਰੁੱਖਾਂ ਤੋਂ ਬਿਨਾਂ ਅਸੀਂ ਸਾਹ ਵੀ ਨਹੀਂ ਲੈ ਸਕਣਗੇ। ਸਾਹ ਲੈਣ ਲਈ ਸਾਫ਼ ਹਵਾ ਸਾਨੂੰ ਰੁੱਖ ਹੀ ਦਿੰਦੇ ਹਨ।
ਇਹ ਗੱਡੀ ਕਿਉਂ ਰੁਕ ਗਈ ਹੈ? ਬਾਹਰ ਇੰਨੀ ਉੱਚੀ ਕੌਣ ਬੋਲ ਰਿਹਾ ਹੈ? ਅੱਛਾ, ਸਟੇਸ਼ਨ ਹੈ। ਸਾਹਮਣੇ ਵੱਡੇ ਵੱਡੇ ਅੱਖਰਾਂ ਵਿੱਚ ਬਠਿੰਡਾ ਜੰਕਸ਼ਨ ਲਿਖਿਆ ਹੈ। ਇਸ ਸ਼ਹਿਰ ਦਾ ਨਾਂ ਬਠਿੰਡਾ ਤਾਂ ਬਹੁਤ ਵਾਰੀ ਸੁਣਿਆ ਹੈ, ਪਰ ਇਹ ਜੰਕਸ਼ਨ ਕੀ ਹੋਇਆ? ਹਾਂ, ਸਰ ਨੂੰ ਜ਼ਰੂਰ ਪਤਾ ਹੋਵੇਗਾ। ਜਿੱਥੋਂ ਕਈ ਸ਼ਹਿਰਾਂ ਵੱਲ ਨੂੰ ਰੂਟ ਨਿਕਲਦੇ ਹੋਣ, ਉਸਨੂੰ ਜੰਕਸ਼ਨ ਕਹਿੰਦੇ ਹਾਂ। ਸਰ ਕਿਤਾਬ ਪੜ੍ਹ ਰਹੇ ਸਨ। ਗੱਡੀ ਦੀ ਛੁਕ-ਛੁਕ ਵੀ ਕਿੰਨੀ ਚੰਗੀ ਲੱਗ ਰਹੀ ਸੀ, ਪਰ ਗੱਡੀ ਜਦੋਂ ਦਰਿਆ ਦੇ ਪੁਲ ਉੱਪਰੋਂ ਲੰਘੀ ਤਾਂ ਉਸਦੀ ਆਵਾਜ਼ ਬਹੁਤ ਬਦਲ ਗਈ ਸੀ। ਕੁਝ ਡਰਾਉਣੀ ਜਿਹੀ ਵੀ ਲੱਗਦੀ ਸੀ। ਹਾਂ, ਮੈਂ ਇੱਕ ਹੋਰ ਗੱਲ ਦੇਖੀ। ਜਦੋਂ ਗੱਡੀ ਪੁਲ ਉੱਪਰੋਂ ਲੰਘ ਰਹੀ ਸੀ ਤਾਂ ਕੁਝ ਲੋਕ ਦਰਿਆ ਵਿੱਚ ਸਿੱਕੇ ਸੁੱਟ ਰਹੇ ਸਨ। ਬੱਚਿਓ, ਇੱਥੇ ਮਾਨਤਾ ਹੈ ਕਿ ਦਰਿਆ ਵਿੱਚ ਸਿੱਕਾ ਸੁੱਟ ਕੇ ਜੇ ਅਸੀਂ ਕੁਝ ਮੰਗਦੇ ਹਾਂ ਤੇ ਪਰਮਾਤਮਾ ਸਾਡੀ ਇੱਛਾ ਜ਼ਰੂਰ ਪੂਰੀ ਕਰਦਾ ਹੈ। ਇਹ ਪੁਰਾਣੀ ਮਾਨਤਾ ਮੰਨੀ ਗਈ ਹੈ। ਰੋਲੇ ਤੋਂ ਲੱਗਦਾ ਹੈ ਜਿਵੇਂ ਸਟੇਸ਼ਨ ਨੇੜੇ ਹੋਵੇ। ਬਹੁਤ ਸਾਰੀਆਂ ਸਵਾਰੀਆਂ ਨੇ ਆਪਣਾ ਸਮਾਨ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਬੱਸ ਵਾਂਗ ਕੋਈ ਆਵਾਜ਼ ਨਹੀਂ ਦਿੰਦਾ ਕਿ ਕਿਹੜਾ ਸ਼ਹਿਰ ਆ ਗਿਆ ਹੈ। ਸ਼ਾਇਦ ਸਵਾਰੀਆਂ ਨੂੰ ਆਪ ਧਿਆਨ ਰੱਖਣਾ ਪੈਂਦਾ ਹੈ। ਸਰ ਕਹਿ ਰਹੇ ਹਨ ਕਿ ਦਿੱਲੀ ਦਾ ਸਟੇਸ਼ਨ ਆਉਣ ਵਾਲਾ ਹੈ। ਸਾਨੂੰ ਵੀ ਆਪਣੇ ਬੈਗ ਸੰਭਾਲ ਲੈਣੇ ਚਾਹੀਦੇ ਹਨ। ਬਾਕੀ ਦੀ ਡਾਇਰੀ ਮੈਂ ਦਿੱਲੀ ਪਹੁੰਚ ਕੇ ਲਿਖਾਂਗਾ। ਦਿੱਲੀ ਦਾ ਸਟੇਸ਼ਨ ਤਾਂ ਸਾਡੇ ਸ਼ਹਿਰ ਦੇ ਸਟੇਸ਼ਨ ਨਾਲੋਂ ਬਹੁਤ ਵੱਡਾ ਸੀ। ਬਹੁਤ ਹੀ ਜ਼ਿਆਦਾ ਲੋਕ ਸਨ। ਪਤਾ ਨਹੀਂ ਲੱਗ ਰਿਹਾ ਸੀ ਕਿ ਰੇਲ ਗੱਡੀ ਵਿੱਚੋਂ ਉਤਰਨ ਵਾਲੇ ਜ਼ਿਆਦਾ ਹਨ ਜਾਂ ਚੜ੍ਹਨ ਵਾਲੇ। ਗੇਟ ਕੋਲ ਖੜੇ ਇੱਕ ਆਦਮੀ ਨੇ ਸਾਡੀਆਂ ਟਿਕਟਾਂ ਮੁੜ ਚੈੱਕ ਕੀਤੀਆਂ, ਪਰ ਟਿਕਟਾਂ ਤਾਂ ਗੱਡੀ ਵਿੱਚ ਵੀ ਟਿਕਟ ਚੈਕਰ ਨੇ ਚੈੱਕ ਕੀਤੀਆਂ ਸਨ। ਬੜੀ ਮੁਸ਼ਕਿਲ ਨਾਲ ਅਸੀਂ ਉੱਥੋਂ ਬਾਹਰ ਨਿਕਲੇ। ਬੱਚਿਓ, ਗਾਰਡ ਟਿਕਟ ਦੁਬਾਰਾ ਚੈੱਕ ਕਰਦਾ ਹੈ, ਇਹ ਵੇਖਣ ਲਈ ਕਿ ਕੋਈ ਸਵਾਰੀ ਬਿਨਾਂ ਟਿਕਟ ਤੋਂ ਸਫ਼ਰ ਨਾ ਕਰਦੀ ਹੋਵੇ। ਹੁਣ ਅਸੀਂ ਹੋਸਟਲ ਜਾਣਾ ਸੀ। ਉੱਥੇ ਅਸੀਂ ਆਟੋ ਰਿਕਸ਼ਾ ਵਿੱਚ ਬੈਠੇ ਅਤੇ ਹੋਸਟਲ ਪਹੁੰਚ ਗਏ। ਆਟੋ ਰਿਕਸ਼ਾ ਵਾਲੇ ਨੇ ਸਾਥੋਂ ਮੀਟਰ ਪੜ੍ਹ ਕੇ ਕਿਰਾਇਆ ਲਿਆ। ਬੱਚਿਓ, ਮੀਟਰ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਦੂਰੀ ਕਿੰਨੀ ਤੈਅ ਹੋਈ ਹੈ, ਉਸ ਹਿਸਾਬ ਨਾਲ ਕਿਰਾਇਆ ਲਿਆ ਜਾਂਦਾ ਹੈ। ਉੱਥੋਂ ਅਸੀਂ ਪੈਦਲ ਹੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਬਾਹਰਲੇ ਪਾਸੇ ਬਣੇ ਮੈਟਰੋ ਰੇਲਵੇ ਸਟੇਸ਼ਨ ਪਹੁੰਚ ਗਏ। ਦਿੱਲੀ ਮੈਟਰੋ ਰਾਜਧਾਨੀ ਅਤੇ ਇਸ ਦੇ ਲਾਗਲੇ ਖੇਤਰਾਂ ਵਿੱਚ ਵੱਸਦੇ ਲੋਕਾਂ ਲਈ ਇੱਕ ਸਸਤਾ ਅਤੇ ਆਸਾਨ ਆਵਾਜਾਈ ਦਾ ਸਾਧਨ ਹੈ। ਮੈਟਰੋ ਸਟੇਸ਼ਨ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਹੈ। ਉੱਥੇ ਸੁਰੱਖਿਆ ਅਤੇ ਸਫਾਈ ਦਾ ਵੀ ਵਧੀਆ ਪ੍ਰਬੰਧ ਹੈ। ਇਹ ਵੇਖੋ ਬੱਚੋ, ਮੈਟਰੋ ਸਟੇਸ਼ਨ ਦਾ ਇੱਕ ਦ੍ਰਿਸ਼। ਅਸੀਂ ਟਿਕਟ ਕਾਊਂਟਰ ਤੋਂ ਟਿਕਟ ਖਰੀਦੀ। ਟਿਕਟ ਦੇ ਰੂਪ ਵਿੱਚ ਸਾਨੂੰ ਹਰ ਇੱਕ ਨੂੰ ਟੋਕਨ ਮਿਲ ਗਿਆ, ਜਿਸ ਨੂੰ ਆਟੋਮੈਟਿਕ ਮਸ਼ੀਨ ਅੱਗੇ ਛੂਹਣ ਨਾਲ ਪਲੇਟਫਾਰਮ ਤੇ ਜਾਣ ਲਈ ਦਰਵਾਜ਼ਾ ਖੁੱਲ੍ਹ ਗਿਆ। ਬੱਚਿਓ, ਇਹ ਆਟੋਮੈਟਿਕ ਸਿਸਟਮ ਹੈ। ਜਿਹੜਾ ਟੋਕਨ ਪਾਏਗਾ ਉਹਦੇ ਲਈ ਹੀ ਦਰਵਾਜ਼ਾ ਖੁੱਲ੍ਹੇਗਾ, ਹੋਰ ਕਿਸੇ ਲਈ ਨਹੀਂ। ਫਿਰ ਅਸੀਂ ਟ੍ਰੇਨ ਅੰਦਰ ਸਵਾਰ ਹੋ ਕੇ ਆਪਣੀ ਮੰਜ਼ਿਲ ਤੇ ਪਹੁੰਚ ਗਏ। ਉੱਥੋਂ ਅਸੀਂ ਬਾਹਰ ਆ ਕੇ ਮੈਟਰੋ ਫੀਡਰ ਬੱਸ ਵਿੱਚ ਬੈਠ ਕੇ ਹੋਸਟਲ ਪਹੁੰਚ ਗਏ। ਹੋਸਟਲ ਪਹੁੰਚ ਕੇ ਬਹੁਤ ਵਧੀਆ ਲੱਗ ਰਿਹਾ ਸੀ। ਇੱਥੇ ਹੋਰ ਵੀ ਬਹੁਤ ਸਾਰੇ ਬੱਚੇ ਹਨ ਜਿਹੜੇ ਦੂਰ ਦੂਰ ਤੋਂ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਆਏ ਹਨ। ਅਬਦੁਲ ਸ਼ਿਮਲਾ ਤੋਂ ਆਇਆ ਹੈ, ਐਲਿਮ ਗੋਆ ਤੋਂ ਆਈ ਹੈ। ਇਹ ਸਭ ਸਾਡੇ ਦੋਸਤ ਬਣ ਗਏ। ਪਹਿਲਾਂ ਤਾਂ ਇੱਕ ਦੂਸਰੇ ਦੀ ਗੱਲ ਬੜੀ ਮੁਸ਼ਕਿਲ ਨਾਲ ਸਮਝ ਆਉਂਦੀ ਸੀ, ਪਰ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਸਮਝ ਸਕਦੇ ਸੀ। ਮੈਂ ਇਹਨਾਂ ਨੂੰ ਆਪਣੇ ਸਫ਼ਰ ਵਾਲੀ ਡਾਇਰੀ ਪੜ੍ਹ ਕੇ ਸੁਣਾਈ। ਸਾਰਿਆਂ ਨੂੰ ਬਹੁਤ ਪਸੰਦ ਆਈ। ਪ੍ਰਿਤਪਾਲ ਦੁਆਰਾ ਡਾਇਰੀ ਵਿੱਚ ਲਿਖਿਆ ਸਫ਼ਰ ਦਾ ਹਾਲ ਤੁਹਾਨੂੰ ਕਿਹੋ ਜਿਹਾ ਲੱਗਿਆ? ਹੁਣ ਜਦੋਂ ਤੁਸੀਂ ਛੁੱਟੀਆਂ ਵਿੱਚ ਕਿਧਰੇ ਜਾਓਗੇ ਤਾਂ ਤੁਸੀਂ ਵੀ ਡਾਇਰੀ ਜ਼ਰੂਰ ਲਿਖਣਾ। ਬੱਚਿਓ, ਡਾਇਰੀ ਲਿਖਣਾ ਇੱਕ ਬਹੁਤ ਅੱਛੀ ਆਦਤ ਹੈ। ਅਸੀਂ ਆਪਣੀ ਯਾਦਾਂ ਨੂੰ ਆਪਣੀ ਡਾਇਰੀ ਵਿੱਚ ਕੈਦ ਕਰ ਸਕਦੇ ਹਾਂ। ਡਾਇਰੀ ਸੁਣ ਕੇ ਅਬਦੁਲ ਬੋਲਿਆ, ਆਏ ਤਾਂ ਅਸੀਂ ਵੀ ਰੇਲ ਗੱਡੀ ਵਿੱਚ ਹਾਂ, ਪਰ ਸਾਡੇ ਰਸਤੇ ਵਿੱਚ ਤਾਂ ਸ਼ਿਮਲਾ ਤੋਂ ਕਾਲਕਾ ਤੱਕ ਕਈ ਸੁਰੰਗਾਂ ਆਈਆਂ ਸਨ। ਉਹਨਾਂ ਵਿੱਚੋਂ ਕੁਝ ਤਾਂ ਬਹੁਤ ਲੰਬੀਆਂ ਸੀ। ਜਦੋਂ ਵੀ ਰੇਲ ਗੱਡੀ ਸੁਰੰਗ ਵਿੱਚੋਂ ਲੰਘਦੀ ਸੀ, ਕੁਝ ਸਮੇਂ ਲਈ ਬਿਲਕੁਲ ਹਨੇਰਾ ਹੋ ਜਾਂਦਾ ਸੀ। ਸ਼ੁਕਰ ਹੈ ਰੇਲ ਗੱਡੀ ਅੰਦਰਲੀਆਂ ਬੱਤੀਆਂ ਜਗ ਪੈਂਦੀਆਂ ਸਨ। ਖਿੜਕੀ ਵਿੱਚੋਂ ਇੱਕ ਪਾਸੇ ਦੇਖਿਆ ਉੱਚੇ ਉੱਚੇ ਪਹਾੜ ਦਿਖਾਈ ਦਿੰਦੇ ਸਨ, ਪਰ ਦੂਜੇ ਪਾਸੇ ਬਹੁਤ ਡੂੰਘੀਆਂ ਖੱਡਾਂ। ਜਿਸ ਰੇਲ ਗੱਡੀ ਵਿੱਚ ਅਸੀਂ ਆਏ ਸੀ ਉਸ ਦਾ ਨਾਮ ਹਿਮਾਲਯਨ ਕੁਈਨ ਹੈ, ਪਰ ਮੇਰੇ ਪਾਪਾ ਉਸ ਨੂੰ ਟੌਏ ਟ੍ਰੇਨ ਕਹਿੰਦੇ ਹਨ। ਲਓ, ਮੈਂ ਤੁਹਾਨੂੰ ਉਸ ਦੀ ਤਸਵੀਰ ਦਿਖਾਵਾਂ। ਇਹ ਵੇਖੋ ਬੱਚਿਓ, ਟੌਏ ਟ੍ਰੇਨ ਦੀ ਤਸਵੀਰ। ਇਹਨੂੰ ਟੌਏ ਮਤਲਬ ਖਿਡੌਣਾ।
ਟॉय ट्रेन इस ਲਈ ਕਿਹਾ ਜਾਂਦਾ ਹੈ ਕਿਉਂਕਿ ਆਮ ਰੇਲ ਗੱਡੀਆਂ ਨਾਲੋਂ ਛੋਟੀ ਹੁੰਦੀ ਹੈ, ਇੱਕ ਖਿਡੌਣੇ ਦੀ ਤਰ੍ਹਾਂ ਛੋਟੀ ਜਿਹੀ ਹੁੰਦੀ ਹੈ। ਵਿਸ਼ਵ ਵਿਰਾਸਤ ਨੂੰ ਸੰਭਾਲਣ ਵਾਲੀ ਸਿਰਮੌਰ ਸੰਸਥਾ ਯੂਨੈਸਕੋ ਵੱਲੋਂ 10 ਜੁਲਾਈ 2008 ਨੂੰ ਹਿਮਾਲਯਨ ਕੁਈਨ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਇਹ ਬਹੁਤ ਪੁਰਾਣੀ ਟ੍ਰੇਨ ਹੈ, ਵਿਰਾਸਤੀ ਟ੍ਰੇਨ ਹੈ। ਸ਼ਿਮਲਾ ਕਾਲਕਾ ਰੇਲ ਸੇਵਾ ਨੂੰ ਆਮ ਜਨਤਾ ਲਈ 9 ਨਵੰਬਰ 1903 ਨੂੰ ਖੋਲ੍ਹਿਆ ਗਿਆ ਸੀ। 96.57 ਕਿਲੋਮੀਟਰ ਲੰਬੇ ਇਸ ਰੇਲ ਟਰੈਕ ਵਿਚਲੀਆਂ 103 ਸੁਰੰਗਾਂ, ਜੋ ਕਿ ਹੁਣ 102 ਹਨ, ਅਤੇ 800 ਪੁਲੀਆਂ ਨੂੰ ਰਿਕਾਰਡ 3 ਸਾਲਾਂ ਵਿੱਚ ਬਣਾਇਆ ਗਿਆ ਸੀ। ਬੇਟਾ, ਇੰਨੀਆਂ ਸਾਰੀਆਂ ਸੁਰੰਗਾਂ ਅਤੇ ਪੁਲੀਆਂ ਨੂੰ ਸਿਰਫ 3 ਸਾਲਾਂ ਵਿੱਚ ਬਣਾ ਕੇ ਪੂਰਾ ਕੀਤਾ ਗਿਆ। ਇਸ ਕੰਮ ਨੂੰ ਪੂਰਾ ਕਰਨ ਵਿੱਚ ਲੋਕਲ ਨਿਵਾਸੀ ਬਾਬਾ ਬਾਲਖੂ ਨੇ ਆਪਣੀ ਵਿਸ਼ਵ ਪੱਧਰੀ ਇੰਜੀਨੀਅਰਿੰਗ ਕੌਸ਼ਲ ਦਾ ਨਮੂਨਾ ਦੁਨੀਆ ਸਾਹਮਣੇ ਪੇਸ਼ ਕੀਤਾ ਸੀ। ਤਸਵੀਰ ਦੇਖਦਿਆਂ ਐਲਿਸ ਇੱਕਦਮ ਬੋਲੀ, ਇਸ ਦੇ ਡੱਬੇ ਕਿੰਨੇ ਛੋਟੇ ਹਨ, ਬਿਲਕੁਲ ਖਿਡੌਣੇ। ਇਹਨਾਂ ਨੂੰ ਦੇਖ ਕੇ ਤਾਂ ਮੈਨੂੰ ਫੈਰੀ ਦਾ ਸਫ਼ਰ ਯਾਦ ਆ ਗਿਆ। ਅਸੀਂ ਜਦੋਂ ਆਪਣੇ ਮਾਮਾ ਜੀ ਨੂੰ ਮਿਲਣ ਜਾਂਦੇ ਹਾਂ ਤਾਂ ਕਿਸ਼ਤੀ ਵਿੱਚ ਜਾਂਦੇ ਹਾਂ, ਜਿਸ ਨੂੰ ਫੈਰੀ ਕਹਿੰਦੇ ਹਨ। ਬੱਚੋ, ਕਿਸ਼ਤੀ ਨੂੰ ਫੈਰੀ ਕਹਿੰਦੇ ਹਨ ਤੇ ਇਹ ਮੋਟਰ ਨਾਲ ਚੱਲਦੀ ਹੈ। ਇਸ ਵਿੱਚ ਕਾਫੀ ਲੋਕ ਬੈਠ ਸਕਦੇ ਹਨ। ਸਟੇਸ਼ਨ ਪਹੁੰਚਣ ਲਈ ਵੀ ਸਾਨੂੰ ਪਹਿਲਾਂ ਫੈਰੀ ਅਤੇ ਫਿਰ ਆਟੋ ਰਿਕਸ਼ਾ ਵਿੱਚ ਆਉਣਾ ਪੈਂਦਾ ਹੈ। ਸਾਨੂੰ ਪਣਜੀ ਤੋਂ ਦਿੱਲੀ ਪਹੁੰਚਣ ਲਈ ਬਹੁਤ ਸਮਾਂ ਲੱਗਿਆ। ਪਣਜੀ ਤੋਂ ਅਸੀਂ ਮੁੰਬਈ, ਗਾਂਧੀਨਗਰ, ਜੈਪੁਰ ਹੁੰਦੇ ਹੋਏ ਦਿੱਲੀ ਪਹੁੰਚੇ। ਸਾਡੇ ਮੈਡਮ ਨੇ ਦੱਸਿਆ ਕਿ ਰੇਲਵੇ ਲਾਈਨ ਦੀ ਮੁਰੰਮਤ ਚੱਲਦੀ ਹੋਣ ਕਰਕੇ ਰੇਲ ਗੱਡੀ ਦਾ ਰਸਤਾ ਬਦਲ ਦਿੱਤਾ ਗਿਆ ਸੀ। ਇਹ ਰਸਤਾ ਪੁਰਾਣੇ ਰਸਤੇ ਨਾਲੋਂ ਲੰਬਾ ਹੈ। ਐਲਿਸ ਨੇ ਅੱਗੇ ਦੱਸਿਆ, ਬੱਚਿਓ, ਤੁਹਾਨੂੰ ਪਤਾ ਹੈ ਜਾਪਾਨ ਵਰਗੇ ਦੇਸ਼ ਵਿੱਚ ਤੇਜ਼ ਰਫ਼ਤਾਰ ਟ੍ਰੇਨਾਂ ਚੱਲਦੀਆਂ ਹਨ। ਇਹਨਾਂ ਨੂੰ ਬੁਲੇਟ ਟ੍ਰੇਨ ਕਿਹਾ ਜਾਂਦਾ ਹੈ। ਇਹਨਾਂ ਟ੍ਰੇਨਾਂ ਦੀ ਰਫ਼ਤਾਰ 500 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ, ਜੋ ਕਿ ਬੱਚਿਓ ਬਹੁਤ ਜ਼ਿਆਦਾ ਹੈ। ਭਾਰਤੀ ਰੇਲਵੇ ਵੱਲੋਂ ਵੀ ਦੇਸ਼ ਵਿੱਚ ਮੁੰਬਈ, ਅਹਿਮਦਾਬਾਦ ਵਿਚਾਲੇ ਤੇਜ਼ ਰਫ਼ਤਾਰ ਬੁਲੇਟ ਟ੍ਰੇਨ ਚਲਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ, ਜਿਸ ਉੱਪਰ ਕੰਮ ਚੱਲ ਰਿਹਾ ਹੈ। 2023 ਵਿੱਚ ਪ੍ਰੋਜੈਕਟ ਪੂਰਾ ਹੋਣ ਉਪਰੰਤ ਇਹ ਟ੍ਰੇਨ ਮੁੰਬਈ, ਅਹਿਮਦਾਬਾਦ ਵਿਚਾਲੇ 508 ਕਿਲੋਮੀਟਰ ਦਾ ਸਫ਼ਰ 2 ਘੰਟੇ 7 ਮਿੰਟ ਵਿੱਚ ਪੂਰਾ ਕਰੇਗੀ। ਇਸ ਗੱਡੀ ਨੂੰ ਬੁਲੇਟ ਟ੍ਰੇਨ ਦਾ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਹਦੀ ਸਪੀਡ, ਇਸ ਦੀ ਤੇਜ਼ੀ ਬਹੁਤ ਜ਼ਿਆਦਾ ਹੈ। ਐਲਿਸ ਨੇ ਅੱਗੇ ਦੱਸਿਆ, ਰਾਜਸਥਾਨ ਸਾਡੇ ਗੋਆ ਨਾਲੋਂ ਬਿਲਕੁਲ ਹੀ ਵੱਖਰਾ ਸੀ। ਗੋਆ ਸਮੁੰਦਰ ਦੇ ਕੰਢੇ ਤੇ ਹੈ। ਅਸੀਂ ਦੂਰ ਤੱਕ ਪਾਣੀ ਹੀ ਪਾਣੀ ਦੇਖਦੇ ਹਾਂ। ਇੱਥੇ ਦੂਰ ਤੱਕ ਰੇਤ ਹੀ ਰੇਤ ਹੈ, ਜਿਵੇਂ ਰੇਤ ਦਾ ਸਮੁੰਦਰ ਹੀ ਹੋਵੇ। ਕਦੇ-ਕਦੇ ਲੋਕ ਊਠਾਂ ਦੀ ਸਵਾਰੀ ਕਰਦੇ ਨਜ਼ਰ ਆਉਂਦੇ ਸਨ। ਮੈਂ ਆਪਣੀ ਸਕੂਲ ਦੀ ਕਿਤਾਬ ਵਿੱਚ ਪੜ੍ਹਿਆ ਸੀ ਕਿ ਮਾਰੂਥਲ ਵਿੱਚ ਸਫ਼ਰ ਕਰਨ ਲਈ ਊਠ ਸਭ ਤੋਂ ਢੁਕਵਾਂ ਜਾਨਵਰ ਹੈ। ਇਸ ਦੇ ਚਪਟੇ ਅਤੇ ਗੱਦੇਦਾਰ ਪੈਰ ਰੇਤ ਉੱਪਰ ਤੁਰਨ ਵਿੱਚ ਇਸ ਦੀ ਮਦਦ ਕਰਦੇ ਹਨ। ਮਾਰੂਥਲ ਵਿੱਚ ਪਾਣੀ ਬਹੁਤ ਘੱਟ ਹੁੰਦਾ ਹੈ। ਊਠ ਕਈ ਦਿਨ ਪਾਣੀ ਅਤੇ ਭੋਜਨ ਤੋਂ ਬਿਨਾਂ ਰਹਿ ਸਕਦਾ ਹੈ। ਜੈਪੁਰ ਰੇਲਵੇ ਸਟੇਸ਼ਨ ਉੱਪਰ ਦਾਲ ਬਾਟੀ ਚੂਰਮਾ ਦੀ ਆਵਾਜ਼ ਆ ਰਹੀ ਸੀ। ਬਾਅਦ ਵਿੱਚ ਪਤਾ ਚੱਲਿਆ ਕਿ ਇਹ ਇੱਥੋਂ ਦਾ ਖਾਣਾ ਹੈ। ਬੱਚਿਓ, ਦਾਲ ਬਾਟੀ ਚੂਰਮਾ ਰਾਜਸਥਾਨ ਦਾ ਇੱਕ ਮਸ਼ਹੂਰ ਖਾਣਾ ਹੈ। ਇੱਕ ਛੋਟੀ ਲੜਕੀ ਬੜੀ ਮਿੱਠੀ ਆਵਾਜ਼ ਵਿੱਚ ਗਾ ਰਹੀ ਸੀ, ਆਵੋ ਨੀ ਪਧਾਰੋ ਮਾਰੇ ਦੇਸ਼। ਉਸਦੇ ਨਾਲ ਇੱਕ ਬਜ਼ੁਰਗ ਸਾਰੰਗੀ ਵਜਾ ਰਿਹਾ ਸੀ। ਮੈਨੂੰ ਲੱਗਦਾ ਸੀ ਉਹ ਮੇਰੀ ਹੀ ਉਮਰ ਦੀ ਹੋਵੇਗੀ। ਮੈਂ ਉਸਦੀ ਜਮਾਤ ਪੁੱਛਣਾ ਚਾਹੁੰਦੀ ਸੀ, ਪਰ ਸ਼ਾਇਦ ਉਹ ਸਕੂਲ ਨਹੀਂ ਜਾਂਦੀ ਸੀ। ਉਸਦੀ ਮਿੱਠੀ ਆਵਾਜ਼ ਮੈਨੂੰ ਲੋਰੀ ਵਰਗੀ ਲੱਗੀ। ਸ਼ਾਇਦ ਇਸੇ ਲਈ ਨੀਂਦ ਆ ਗਈ। ਜੈਪੁਰ ਤੋਂ ਦਿੱਲੀ ਅਸੀਂ ਸੁੱਤੇ-ਸੁੱਤੇ ਕਦੋਂ ਪਹੁੰਚ ਗਏ, ਕੁਝ ਪਤਾ ਹੀ ਨਹੀਂ ਲੱਗਿਆ। ਤੇ ਬੱਚਿਓ, ਇਸ ਪਾਠ ਵਿੱਚ ਤੁਸੀਂ ਰੇਲਵੇ ਸਫ਼ਰ ਦੇ ਬਾਰੇ ਪੜ੍ਹਿਆ ਤੇ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਆਓ ਹੁਣ ਕੁਝ ਯਾਦ ਰੱਖਣਯੋਗ ਗੱਲਾਂ ਪੜ੍ਹੀਏ। ਯਾਦ ਰੱਖਣਯੋਗ ਗੱਲਾਂ। ਬੱਚਿਆਂ ਵਿੱਚ ਆਪਣੇ ਆਲੇ-ਦੁਆਲੇ ਅਤੇ ਸਕੂਲ ਦੀ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕੂਲ ਵਿੱਚ ਸਵੱਛਤਾ ਕਲੱਬ ਸਥਾਪਿਤ ਕੀਤੇ ਗਏ ਹਨ। ਬੱਚਿਓ, ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ, ਚਾਹੇ ਉਹ ਘਰ ਹੋਵੇ ਜਾਂ ਸਕੂਲ ਹੋਵੇ। ਹਰ ਰੇਲ ਗੱਡੀ ਦੇ ਚੱਲਣ ਅਤੇ ਮਿੱਥੇ ਸਥਾਨ ਤੇ ਪਹੁੰਚਣ ਦਾ ਸਮਾਂ ਨਿਸ਼ਚਿਤ ਹੁੰਦਾ ਹੈ। ਇਸ ਨੂੰ ਟਾਈਮ ਟੇਬਲ ਕਹਿੰਦੇ ਹਨ। ਟਿਕਟਾਂ ਦੀ ਬੁਕਿੰਗ ਘਰ ਬੈਠੇ ਆਨਲਾਈਨ ਵੀ ਕੀਤੀ ਜਾ ਸਕਦੀ ਹੈ।
ਦਿੱਲੀ ਅਤੇ ਲਾਗਲੇ ਸ਼ਹਿਰਾਂ ਲਈ ਮੈਟਰੋ ਰੇਲ ਦਾ ਵੀ ਵਿਕਾਸ ਕੀਤਾ ਗਿਆ ਹੈ। ਕਾਲਕਾ ਸ਼ਿਮਲਾ ਵਿਚਕਾਰ ਚੱਲਣ ਵਾਲੀ ਟ੍ਰੇਨ ਨੂੰ ਹਿਮਾਲਯਨ ਕੁਈਨ ਕਿਹਾ ਜਾਂਦਾ ਹੈ। ਜਾਪਾਨ ਵਰਗੇ ਦੇਸ਼ ਵਿੱਚ ਤੇਜ਼ ਰਫ਼ਤਾਰ ਟ੍ਰੇਨਾਂ ਚੱਲਦੀਆਂ ਹਨ। ਇਹਨਾਂ ਨੂੰ ਬੁਲੇਟ ਟ੍ਰੇਨ ਵੀ ਕਿਹਾ ਜਾਂਦਾ ਹੈ। ਇਹ ਟ੍ਰੇਨਾਂ ਦੀ ਰਫ਼ਤਾਰ 500 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।